Hey guys, welcome or welcome back to my channel. This is Parneet. I hope you all are doing good. So today in this video lesson, we are going to discuss speaking connectors or linking words in cue card. क्यू कार्ड ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੇ ਐਂਡ ਕਿਹੜੇ ਕਨੈਕਟਰਸ ਨੂੰ ਔਰ ਲਿੰਕਿੰਗ ਵਰਡਸ ਨੂੰ ਤੁਸੀਂ ਯੂਜ਼ ਕਰ ਸਕਦੇ ਹੋ ਐਂਡ ਬਿਲੀਵ ਮੀ ਗਾਇਸ ਜਦੋਂ ਤੁਸੀਂ ਯੂਜ਼ ਕਰੋਗੇ ਕਨੈਕਟਰਸ ਨੂੰ ਆਪਣੇ ਕਿਊ ਕਾਰਡ ਦੇ ਵਿੱਚ ਇਟ ਕੁਡ ਡੂ ਵੰਡਰਸ ਟੂ ਯੂਰ ਕਿਊ ਕਾਰਡ ਤੁਹਾਡੀ ਸਪੀਕਿੰਗ ਇੱਕ ਨੈਕਸਟ ਲੈਵਲ ਤੇ ਚਲੀ ਜਾਏਗੀ ਹੈ ਨਾ ਇੱਕ ਨੈਚੁਰਲ ਫਾਰਮ ਮਿਲੇਗਾ ਤੁਹਾਡੇ ਜਿਹੜੇ ਆਈਡੀਆਜ਼ ਨੇ ਉਹਦੇ ਵਿੱਚ ਤੁਸੀਂ ਕੁਝ ਵੀ ਯੂਜ਼ ਕਰ ਰਹੇ ਹੋ ਉਹ ਸਾਰਾ ਕੁਝ ਆਪਣੇ ਆਪ ਫਲੋ ਕਰੇਗਾ ਸੋ ਗਾਇਜ਼ ਆਈ ਰਿਕਮੈਂਡ ਕਿ ਤੁਸੀਂ ਹਮੇਸ਼ਾ ਲਿੰਕਿੰਗ ਵਰਡਸ ਨੂੰ ਯੂਜ਼ ਕਰੋ ਇਨ ਯੋਰ ਕਿਊ ਕਾਰਡ ਨਾਓ ਯੂ ਗਾਇਜ਼ ਮਸਟ ਬੀ ਅਵੇਅਰ ਕਿ ਕਨੈਕਟਰਸ ਨੂੰ ਅਸੀਂ यूज करते हैं तीनों पार्ट्स ਦੇ ਵਿੱਚ ਸਪੀਕਿੰਗ ਦੇ ਵਿੱਚ ਵੈਦਰ ਇਟਸ ਯੂਰ ਇੰਟਰੋ ਕੁਐਸਚਨਸ ਕਿਊ ਕਾਰਡ ਔਰ ਯੂਰ ਫਾਲੋ-ਅਪਸ ਅੱਜ ਆਪਾਂ ਗੱਲ ਕਰਾਂਗੇ ਕਿਊ ਕਾਰਡ ਦੀ ਕਿਊ ਕਾਰਡ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੇ ਕਨੈਕਟਰਸ ਯੂਜ਼ ਕਰ ਸਕਦੇ ਹੋ ਨਾਓ ਜਦੋਂ ਵੀ ਤੁਹਾਡੇ ਕੋਲ ਕੋਈ ਵੀ ਕਿਊ ਕਾਰਡ ਆ ਗਿਆ ਸਪੀਕਿੰਗ ਦੇ ਵਿੱਚ ਨੰਬਰ 1 ਇਜ਼ ਯੂਰ ਇੰਟਰੋਡਕਸ਼ਨ ਕਿਊ ਕਾਰਡ ਦੀ ਇੰਟਰੋਡਕਸ਼ਨ ਹਮੇਸ਼ਾ ਦਿਓ ਐਂਡ ਇੰਟਰੋਡਕਸ਼ਨ ਨੂੰ ਤੁਸੀਂ ਕਿਸ ਤਰ੍ਹਾਂ ਸਟਾਰਟ ਕਰ ਸਕਦੇ ਹੋ ਲਾਈਕ ਕੁਐਸਚਨ ਆਇਆ ਅਬਾਊਟ ਦ ਸਕਿੱਲਸ ਦੇ ਕੁਐਸਚਨ ਆਇਆ ਹੈ ਨਾ ਅਬਾਊਟ ਟॉयਜ਼ ਤੇ ਜਾਂ ਕਿਸੇ ਹੋਰ ਟੌਪਿਕ ਦੇ ਰਿਲੇਟਡ ਤੁਹਾਨੂੰ ਕਿਊ ਕਾਰਡ ਆ ਗਿਆ ਲੈਟਸ ਸੇ ਸਕਿੱਲਸ ਪਲੇ ਅ ਪਾਰਟ ਐਂਡ ਪਾਰਸਲ ਰੋਲ in every individual's life ਹੈ ਨਾ ਤਾਂ ਸਟਾਰਟਿੰਗ ਆਪਾਂ ਕਿਵੇਂ ਕਰ ਸਕਦੇ ਹਾਂ ਤੁਸੀਂ ਹਮੇਸ਼ਾ ਸਟਾਰਟ ਕਰੋ ਇਹਨੂੰ ਇੱਕ ਪਾਵਰ ਵਰਡ ਦੇ ਨਾਲ ਸੋ ਪਾਵਰ ਵਰਡ ਜਦੋਂ ਤੁਸੀਂ ਸਟਾਰਟਿੰਗ ਦੇ ਵਿੱਚ ਹੀ ਯੂਜ਼ ਕਰੋਗੇ ਆਪਣੇ ਕਿਊ ਕਾਰਡ ਦੇ ਵਿੱਚ ਇੰਟਰੋਡਕਸ਼ਨ ਦੇ ਵਿੱਚ ਇਟ ਵਿਲ ਵਰਕ ਐਜ਼ ਅ ਚੇਰੀ ਔਨ ਦਾ ਕੇਕ ਫॉर ਯੂ ਗਾਇਜ਼ ਹੁਣ ਕਿਸ ਤਰ੍ਹਾਂ ਤੁਸੀਂ ਯੂਜ਼ ਕਰ ਸਕਦੇ ਹੋ ਲਾਈਕ ਅਨਡਾਊਟਡਲੀ ਇਨਐਵਿਟੇਬਲੀ ਵਿਦਾਊਟ ਐਨੀ ਕੁਆਮ ਵਿਦਾਊਟ ਐਨੀ ਡਾਊਟ skills play a part and parcel role in every individual's life फाइन इस तरह स्टार्ट कर सकते हो अनडाउटेडली टॉयज आर वेरी प्रेशियस या टॉयज प्ले अ वेरी पार्ट एंड पार्सल रोल इन एवरी चाइल्ड्स लाइफ ठीक है तो स्टार्टिंग ਤੁਸੀਂ ਹਮੇਸ਼ਾ ਇੱਕ ਪਾਵਰ ਵਰਡ ਦੇ ਨਾਲ ਕਰੋ ਇਹ ਤੁਹਾਡੇ ਕਿਊ ਕਾਰਡ ਨੂੰ ਇੰਪ੍ਰੈਸਿਵ ਬਣਾ ਦੇਗਾ ਓਕੇ then introduction ਹੁਣ ਅਸੀਂ ਦੇਤੀ 2 to 3 ਲਾਈਨਸ ਦੇ ਵਿੱਚ ਇੰਟਰੋਡਕਸ਼ਨ ਦੀ ਨਾਓ ਇੰਟਰੋਡਕਸ਼ਨ ਨੂੰ ਕੋਰੀਲੇਟ ਕਰਨਾ ਮੀਨਸ ਲਿੰਕ ਬਣਾਉਣਾ ਹੈ ਤਾਲਮੇਲ ਬਿਠਾਉਣਾ ਹੈ ਕਿਸ ਦੇ ਨਾਲ ਜਿਹੜੀ ਤੁਸੀਂ ਆਪਣੀ ਸਟੋਰੀ ਬਣਾਓਗੇ ਸਟੋਰੀ ਕਿਹੜੀ ਹੋਏਗੀ ਜਿਹੜਾ ਤੁਹਾਡਾ ਬੀਪੀਜ਼ ਹੋਏਗਾ ਜਿਹਦੇ ਉੱਪਰ ਤੁਸੀਂ ਬੋਲੋਗੇ ਜਿਹੜੇ ਐਗਜ਼ਾਮੀਨਰ ਨੇ ਤੁਹਾਨੂੰ ਬੁਲੇਟ ਪੁਆਇੰਟਸ ਦਿੱਤੇ ਨੇ ਹੁਣ ਜਿਹੜਾ ਇਹ ਸਟੋਰੀ ਦੇ ਵਿੱਚ ਵਾਲਾ ਲਿੰਕ ਹੈ ਨਾ ਇੱਕ ਨੂੰ ਦੂਜੇ ਦੇ ਨਾਲ ਜੋੜਨਾ ਉਹ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਇਹ ਨਹੀਂ ਕਿ ਤੁਸੀਂ ਸਟੋਰੀ ਦੇ ਦਿੱਤੀ ਤੇ ਨਾਲ ਦੀ ਨਾਲ ਤੁਸੀਂ ਫਸਟ ਬੁਲੇਟ ਪੁਆਇੰਟ ਚੱਕ ਲਿਆ ਇੱਕ ਦੂਜੇ ਦਾ ਕੋਈ ਲਿੰਕ ਹੀ ਨਹੀਂ ਬਣਿਆ ਚੀਜ਼ਾਂ ਰੈਂਡਮ ਲੱਗ ਰਹੀਆਂ ਨੇ ਫਾਈਨ ਤਾਂ ਤੁਸੀਂ ਕੀ ਯੂਜ਼ ਕਰ ਸਕਦੇ ਹੋ ਇਹ ਵਾਲੀ ਲਾਈਨਸ ਤੁਸੀਂ ਹਰ ਇੱਕ ਕਿਊ ਕਾਰਡ ਦੇ ਵਿੱਚ ਯੂਜ਼ ਕਰ ਸਕਦੇ ਹੋ ਗਾਇਜ਼ ਇਹਨਾਂ ਨੂੰ ਤੁਸੀਂ ਯਾਦ ਕਰ ਲਓ ਮੈਮੋਰਾਈਜ਼ ਥੀਸ ਲਾਈਨਸ ਬਾਈ ਹਾਰਟ ਰੱਟਾ ਨਾ ਮਾਰੋ ਇਹ ਨਾ ਹੋਵੇ ਕਿ ਇਹਨਾਂ ਦੇ ਵਿੱਚ ਹੀ ਅਟਕ ਜਾਓ ਉੱਥੇ ਜਾ ਕੇ ਭੁੱਲ ਜਾਓ ਫੰਬਲ ਕਰੋ ਫਾਈਨ now you could say here I would like to take an opportunity to describe to talk about है ना dash means dash ਤੇ ਜਿਹੜਾ ਵੀ question ਦੇ ਵਿੱਚ ਪੁੱਛਿਆ like here I would like to take an opportunity to describe a skill to talk about a skill to talk about my favorite personality to talk about my favorite sports personality ਇਸ ਤਰ੍ਹਾਂ ਤੁਸੀਂ use ਕਰ ਸਕਦੇ ਹੋ fine ਜਾਂ ਫਿਰ ਤੁਹਾਨੂੰ ਕੋਈ ਆਇਆ ਪੀਸ ਆਫ ਕਲੋਥਿੰਗ ਜਿਹੜਾ ਤੁਸੀਂ ਬਾਈ ਕੀਤਾ ਜਾਂ ਤੁਹਾਨੂੰ ਕਿਸੇ ਨੇ ਗਿਫਟ ਕੀਤਾ ਹੈ ਨਾ ਉਹਦੇ ਬਾਰੇ ਹੇਅਰ ਆਈ ਵੁੱਡ ਲਾਈਕ ਟੂ ਟੇਕ ਐਨ ਅਪੋਰਚੁਨਿਟੀ ਟੂ ਟਾਕ ਅਬਾਊਟ ਅ ਪੀਸ ਆਫ ਕਲੋਥਿੰਗ ਜਾਂ ਮਾਈ ਫੇਵਰੇਟ ਪੀਸ ਆਫ ਕਲੋਥਿੰਗ ਠੀਕ ਹੈ ਉਹਦੇ ਬਾਰੇ ਆਪਾਂ ਗੱਲ ਕਰ ਸਕਦੇ ਹਾਂ ਉਸ ਤੋਂ ਬਾਅਦ ਫਿਰ ਤੁਸੀਂ ਆਪਣਾ ਫਰਸਟ ਬੁਲੇਟ ਪੁਆਇੰਟ ਉੱਥੇ ਚੱਕੋਗੇ ਫਰਸਟ ਬੁਲੇਟ ਪੁਆਇੰਟ ਦਾ ਲਿੰਕ ਤੁਸੀਂ ਹੁਣ ਇਹਦੇ ਨਾਲ ਕਿਵੇਂ ਬਣਾਓਗੇ ਲਾਈਕ ਯੂ ਕੁਡ ਸੇ ਐਕਚੁਅਲੀ it was the matter of last month है ना तुसी इस तरह यूज कर सकते हो actually it was the matter of last week actually it was the matter of my 21st birthday my 16th birthday when I received a beautiful present from my parents when I received a beautiful gift or when my parents presented me a beautiful gift है ना ਇਸ ਤਰ੍ਹਾਂ ਤੁਸੀਂ ਉਹਨੂੰ ਯੂਜ਼ ਕਰ ਸਕਦੇ ਹੋ ਗਾਇਜ਼ ਇਹਨਾਂ ਦਾ ਆਪਸ ਦੇ ਵਿੱਚ ਲਿੰਕ ਹੋਣਾ ਬਹੁਤ ਜ਼ਰੂਰੀ ਹੈ ਇਹ ਨਹੀਂ ਕਿ ਇੰਟਰੋਡਕਸ਼ਨ ਤੁਸੀਂ ਕੁਝ ਹੋਰ ਬੋਲੀ ਉਸ ਤੋਂ ਬਾਅਦ ਬੁਲੇਟ ਪੁਆਇੰਟ ਸਿੱਧਾ ਸਟਾਰਟ ਕਰ ਲਏ ਤੇ ਆਪਸ 'ਚ ਉਹਨਾਂ ਦਾ ਕੋਈ ਕਨੈਕਟ ਨਹੀਂ ਹੋ ਰਹੀਆਂ ਚੀਜ਼ਾਂ ਲਿੰਕ ਨਹੀਂ ਹੋ ਰਹੀਆਂ ਅੱਜ ਆਪਾਂ ਉਹੀ ਡਿਸਕਸ ਕਰਾਂਗੇ ਬਿਲੀਵ ਮੀ ਗਾਇਜ਼ ਜੋ ਤੁਸੀਂ ਇਹਨਾਂ ਨੂੰ ਯੂਜ਼ ਕਰੋਗੇ ਨਾ ਆਪਣੀ ਸਪੀਕਿੰਗ ਦੇ ਵਿੱਚ ਤੁਸੀਂ ਖੁਦ ਫੀਲ ਕਰੋਗੇ ਕੌਨਫੀਡੈਂਟ ਫੀਲ ਕਰੋਗੇ ਐਂਡ ਤੁਹਾਨੂੰ ਪੱਕਾ ਲੱਗੇਗਾ ਕਿ ਹਾਂ ਹੁਣ ਮੇਰਾ 0.5 ਤਾਂ ਐਟ ਲੀਸਟ ਬੈਂਡ ਇੰਪਰੂਵ ਹੋਏਗਾ ਹੀ ਹੋਏਗਾ ਆਫਟਰਵਰਡਸ ਮੂਵਿੰਗ ਟੂ ਬੋਡੀ ਪੈਰਾਗ੍ਰਾਫਸ ਜਿਹਦੇ ਵਿੱਚ ਅਸੀਂ ਐਕਸਪਲੇਨ ਕਰਨੇ ਹੁੰਦੇ ਨੇ ਆਪਣੇ ਬੁਲੇਟ ਪੁਆਇੰਟ ठीक है बुलेट पॉइंट्स ਨੂੰ ਹੁਣ ਸਟਾਰਟ ਕਰਨ ਦੇ ਲਈ ਸਪੋਜ਼ ਤੁਹਾਨੂੰ ਰੀਜ਼ਨਸ ਪੁੱਛੇ ਨੇ ਠੀਕ ਹੈ ਜਾਂ ਫਿਰ ਕਿਸੇ ਪਰਸਨ ਬਾਰੇ ਪੁੱਛਿਆ ਜਾਂ ਲਾਈਕ ਤੁਹਾਡੀ ਸਕਿੱਲਸ ਹੀ ਪੁੱਛਿਆ ਐਕਚੁਅਲੀ ਇਟ ਵਾਸ ਅ ਮੈਟਰ ਉਦੋਂ ਤੋਂ ਬਾਅਦ ਜਦੋਂ ਤੁਸੀਂ ਲਾਈਨ ਸਟਾਰਟ ਕਰਦੇ ਹੋ ਤੁਸੀਂ ਡਾਇਰੈਕਟ ਵੀ ਸਟਾਰਟ ਕਰ ਸਕਦੇ ਹੋ ਜਾਂ ਫਿਰ ਰੀਜ਼ਨਸ ਜਾਂ ਜਿੱਥੇ ਤੁਸੀਂ ਇੱਕ ਦੋ ਚੀਜ਼ਾਂ ਨੂੰ ਐਕਸਪਲੇਨ ਕਰਨਾ ਹੈ ਲਾਈਕ ਹੈਲਥ ਬੈਨੀਫਿਟਸ ਆ ਗਿਆ ਹੈ ਨਾ ਤੁਸੀਂ ਕੋਈ ਨੋਵਲ ਪੜ੍ਹਿਆ ਤੁਸੀਂ ਕੋਈ ਹੈਲਥ ਆਰਟੀਕਲ ਪੜ੍ਹਿਆ ਉਦੋਂ ਤੁਸੀਂ ਸਟਾਰਟ ਕਰ ਸਕਦੇ ਹੋ ਫਰਸਟ ਐਂਡ ਫੋਰਮੋਸਟ ਰੀਜ਼ਨ ਇਜ਼ ਦ ਮੋਸਟ ਸਿਗਨੀਫਿਕੈਂਟ ਵਨ ਦ ਮੋਸਟ ਪ੍ਰੋਮੀਨੈਂਟ ਵਨ ਇਸ ਤਰ੍ਹਾਂ ਸਟਾਰਟ ਕਰ ਸਕਦੇ ਹਾਂ ਗਾਇਜ਼ ਅਸੀਂ ਕੀ ਕਰ
ਕਰਨਾ ਹੁੰਦਾ ਹੈ। ਹੁਣ ਲਾਈਨਸ ਨੂੰ ਇੱਕ ਨੂੰ ਦੂਸਰੇ ਦੇ ਨਾਲ ਕਨੈਕਟ ਕਰਨਾ ਹੁੰਦਾ ਹੈ, ਲਾਈਕ ਤੁਸੀਂ ਪੋਜ਼ਿਟਿਵ ਚੀਜ਼ਾਂ ਹੀ ਬੋਲ ਰਹੇ ਹੋ। ਐਡੀਸ਼ਨ ਕਰਨ ਦੇ ਲਈ ਤੁਸੀਂ ਕੀ ਯੂਜ਼ ਕਰਨਾ ਹੁੰਦਾ ਹੈ, ਮੋਰ ਓਵਰ, ਆਲਸੋ, ਫਰਦਰ, ਮੋਰ, ਬਿਸਾਈਡਸ, ਤੁਸੀਂ ਕੋਈ ਵੀ ਯੂਜ਼ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ, ਹੈ ਨਾ। ਐਂਡ ਔਨ ਦਾ ਅਦਰ ਹੈਂਡ ਜਦੋਂ ਕੌਂਟਰਾਡਿਕਟ ਕਰੋਗੇ ਜਾਂ ਫਿਰ ਤੁਸੀਂ ਪਹਿਲਾਂ ਪੋਜ਼ਿਟਿਵ ਚੀਜ਼ ਬੋਲ ਰਹੇ ਹੋ, ਨਾਲ ਦੀ ਨਾਲ ਤੁਸੀਂ ਜੰਪ ਕਰਨਾ ਹੈ ਕਿਸੇ ਨੈਗੇਟਿਵ ਚੀਜ਼ ਤੇ, ਉਸ ਟਾਈਮ ਤੁਸੀਂ ਬੋਲ ਸਕਦੇ ਹੋ ਹਾਊਐਵਰ, ਨੇਵਰਦਲੈਸ, ਬਟ ਵੀ ਯੂਜ਼ ਕਰ ਸਕਦੇ ਹੋ, ਪਰ ਬਟ ਬਹੁਤ ਕਾਮਨ ਹੈ, ਇਹਨੂੰ ਅਵੋਇਡ ਕਰੋ। ਉਸ ਤੋਂ ਬਾਅਦ ਜਦੋਂ ਆਪੋਜ਼ਿਟ ਚੀਜ਼ਾਂ ਬੋਲਣੀਆਂ ਨੇ ਉਦੋਂ ਤੁਸੀਂ ਯੂਜ਼ ਕਰ ਸਕਦੇ ਹੋ ਅਪਾਰਟ ਫਰੋਮ ਦਿਸ, ਬਿਸਾਈਡ ਦਿਸ, ਹੈ ਨਾ, ਇਹਨਾਂ ਨੂੰ ਤੁਸੀਂ ਯੂਜ਼ ਕਰੋ। ਨਾਓ ਵੈਰੀ ਇੰਪੋਰਟੈਂਟ ਕਨੈਕਟਰ, ਕਈ ਵਾਰ ਕਿਊ ਕਾਰਡ ਬੋਲਦੇ ਬੋਲਦੇ ਇਸ ਤਰ੍ਹਾਂ ਦੀ ਚੀਜ਼ ਆ ਜਾਂਦੀ ਹੈ, ਲਾਈਕ ਕਿ ਅਸੀਂ ਮਤਲਬ ਹੁਣ ਪ੍ਰੈਜ਼ੈਂਟ ਦੇ ਰਿਗਾਰਡਿੰਗ ਬੋਲ ਰਹੇ ਹਾਂ, ਫਿਰ ਸਾਨੂੰ ਇੱਕਦਮ ਪਾਸ ਦੇ ਰਿਗਾਰਡਿੰਗ ਬੋਲਣਾ ਪੈਂਦਾ ਹੈ, ਜਾਂ ਚਾਈਲਡਹੁੱਡ ਦੇ ਰਿਗਾਰਡਿੰਗ ਬੋਲਣਾ ਪੈਂਦਾ ਹੈ, ਸਕੂਲ ਡੇਜ਼ ਦੇ ਰਿਗਾਰਡਿੰਗ, ਜਾਂ ਫਿਰ ਕਿਸੇ ਪਾਸਟ ਮੀਨਸ ਬੀਤ ਗਏ ਟਾਈਮ ਦੇ ਬਾਰੇ ਬੋਲਣਾ ਪੈਂਦਾ, ਉੱਥੇ ਤੁਸੀਂ ਬਹੁਤ ਵਧੀਆ ਕਨੈਕਟਰ ਯੂਜ਼ ਕਰ ਸਕਦੇ ਹੋ, ਸਚ ਐਸ ਓਨੈਸਟਲੀ ਸਪੀਕਿੰਗ, ਟੂ ਬੀ ਓਨੈਸਟ। ਹੁਣ ਦੇਖੋ ਤੁਸੀਂ ਬੋਲਦੇ ਬੋਲਦੇ ਆਪਣੀ ਚਾਈਲਡਹੁੱਡ ਜਾਂ ਸਕੂਲ ਡੇਜ਼ ਦੇ ਬਾਰੇ ਗੱਲ ਕਰਨੀ ਹੈ, ਔਰ ਲਾਈਕ ਤੁਹਾਨੂੰ ਸਕਿੱਲਸ ਵਾਲਾ ਟੌਪਿਕ ਜਿਵੇਂ ਆਪਾਂ ਡਿਸਕਸ ਕਰ ਰਹੇ ਸੀ ਉਹ ਆਇਆ, ਤਾਂ ਤੁਸੀਂ ਉਹਨੂੰ ਇਲੈਬੋਰੇਟ ਕਰਨ ਦੇ ਵਿੱਚ ਤੁਸੀਂ ਕੁਝ ਇਸ ਤਰ੍ਹਾਂ ਦਾ ਬੋਲਣਾ ਹੈ ਕਿ ਮੈਨੂੰ ਪਹਿਲਾਂ ਤਾਂ ਬਿਲਕੁਲ ਵੀ ਇੰਟਰਸਟ ਨਹੀਂ ਸੀ ਉਹ ਪਰਟੀਕੂਲਰ ਸਕਿੱਲ ਸਿੱਖਣ ਦੇ ਵਿੱਚ, ਹੈ ਨਾ। ਤਾਂ ਯੂ ਕੁਡ ਯੂਜ਼ ਓਨੈਸਟਲੀ ਸਪੀਕਿੰਗ, to be honest I was not at all interested in this particular skill, है ना, in the beginning ये कह सकते हो। तो इन्हां नूं यूज करना बहुत इंपॉर्टेंट है। और you could say I vividly remember, देखो vividly मतलब हल्का हल्का या धुंधला धुंधला या मैनूं याद है, लाइक मैं हुण प्रेजेंट की गल कर रही हूँ, मैं अपनी चाइल्डहुड के बारे बोलना, उदों मैं कह सकती हाँ आई विविडली रिमेंबर, बिकॉज चाइल्डहुड का मैनूं एट प्रेजेंट तो पूरा तो याद नहीं होएगा, मैनूं मेरे पेरेंट्स ही दसदे होंगे या फिर मैनूं हल्का हल्का याद होएगा। दैट टाइम यू कुड से आई विविडली रिमेंबर आई यूज टू प्ले विद दैट टॉय आफ्टर माई स्कूल आवर्स, है ना, इस तरह तुम यूज कर सकते हो। और इफ माई मैमरी सर्व्स मी वैल, अगर तुम कुछ याद कर रहे हो या फिर तुम किसी पुरानी चीज़ के रिलेटेड बोल रहे हो, तुम इनू भी यूज कर सकते हो, इफ माई मैमरी सर्व्स मी well। लास्ट बट नॉट द लीस्ट इज कंक्लूजन गाइज। ਹੁਣ एंड ਦੇ ਵਿੱਚ क्यू कार्ड ਨੂੰ ਕੰਕਲੂਡ ਕਰਨਾ ਵੀ ਬਹੁਤ ਜ਼ਰੂਰੀ ਹੁੰਦਾ, ਐਂਡ क्यू कार्ड ਨੂੰ ਕੰਕਲੂਡ ਕਰਨ ਦੇ ਲਈ ਮੈਂ ਹਮੇਸ਼ਾ ਇੱਕੋ ਕਨੈਕਟਰ ਰਿਕਮੈਂਡ ਕਰਦੀ ਹਾਂ, ਦੈਟ ਇਜ਼ ਆਲ ਇਨ ਆਲ। ਆਲ ਇਨ ਆਲ ਨੂੰ ਯੂਜ਼ ਕਰਕੇ ਤੁਸੀਂ ਆਪਣਾ ਲਾਸਟ ਵਾਲਾ ਬੁਲੇਟ ਪੁਆਇੰਟ ਚੱਕ ਕੇ ਵੀ ਉਹਨੂੰ ਕੰਕਲੂਡ ਕਰ ਸਕਦੇ ਹੋ। ਔਰ ਤੁਸੀਂ ਕੋਈ ਇਨਫੋਰਮੇਸ਼ਨ ਦੇਣੀ ਹੈ ਜਾਂ ਕੋਈ ਸੁਜੈਸ਼ਨ ਪ੍ਰੋਵਾਈਡ ਕਰਨੀ ਹੈ, ਕਿਸੇ ਨੂੰ ਕੋਈ ਰਿਕਮੈਂਡੇਸ਼ਨ ਦੇਣੀ ਹੈ, ਉਦੋਂ ਵੀ ਤੁਸੀਂ ਯੂਜ਼ ਕਰ ਸਕਦੇ ਹੋ। ਜਾਂ ਫਿਰ ਤੁਸੀਂ ਕਹਿ ਸਕਦੇ ਹੋ ਆਲ ਇਨ ਆਲ ਆਈ ਫੈਲਟ ਵੰਡਰਫੁਲ, ਹੈ ਨਾ, ਆਫਟਰ ਵਿਜ਼ਿਟਿੰਗ ਦੈਟ ਪਲੇਸ। ਆਲ ਇਨ ਆਲ ਆਈ ਮਸਟ ਸੇ ਦੈਟ ਵਾਜ਼ ਵਨ ਆਫ ਮਾਈ ਫੇਵਰੇਟ ਟॉयज in my childhood, इस तरह तुसी use कर सकते हो। So guys, these linking words or connectors are very mandatory when it comes to your cue card, and in the upcoming videos we will discuss the connectors which you could use in introductory part and the follow-up questions। And if you find the video helpful and useful, please subscribe to my channel and hit the like button। If you need further assistance, feel free to contact me। Thank you so much, bye bye।